Hello students, today we will discuss types of networking. So let's start from the introduction. We can divide the networks according to the connections they have. ਕਹਿੰਦੇ ਕਿ ਅਸੀਂ ਜਿਹੜੇ ਨੈਟਵਰਕ ਨੂੰ ਕਿਸ ਤਰੀਕੇ ਦੇ ਨਾਲ ਡਿਵਾਈਡ ਕਰ ਸਕਦੇ ਹਾਂ, ਜਿਸ ਤਰ੍ਹਾਂ ਦੀ ਸਾਡੀ ਲੋੜ ਹੁੰਦੀ ਹੈ। ਮਤਲਬ ਕਿ ਅਸੀਂ ਆਪਣੀ ਨੀਡ ਦੇ ਅਕੋਰਡਿੰਗ ਜਿਹੜੇ ਆ ਉਹ ਨੈਟਵਰਕ ਨੂੰ ਯੂਜ਼ ਕਰਨਾ ਆ। Designers carefully design and choose network components and technologies so that we can achieve a high performance infrastructure that supports a great number of services। ਜਿਹੜਾ ਡਿਜ਼ਾਈਨਰ ਆ ਮਤਲਬ ਜਿਹਨੇ ਨੈਟਵਰਕ ਨੂੰ ਡਿਜ਼ਾਈਨ ਕਰਨਾ ਆ ਉਹਨੂੰ ਉਹਦੇ ਲਈ ਸਭ ਤੋਂ ਪਹਿਲਾਂ ਇਹ ਹੋਣਾ ਚਾਹੀਦਾ ਹੈ ਕਿ ਨੈਟਵਰਕ ਜਿਹੜਾ ਆ ਉਹ ਕਿੰਨੀ ਸਪੇਸ ਦੇ ਵਿੱਚ ਤੁਸੀਂ ਯੂਜ਼ ਕਰਨਾ ਆ, ਕਿਹੜੀ ਕੰਪਨੀ ਦੇ ਵਿੱਚ ਜਾਂ ਕਿਹੜੇ ਪਲੇਸ ਦੇ ਉੱਤੇ ਤੁਸੀਂ ਨੈਟਵਰਕ ਨੂੰ ਯੂਜ਼ ਕਰਨਾ, ਕਿਹੜੇ ਕਿਹੜੇ ਕੰਪੋਨੈਂਟਸ ਚਾਹੀਦੇ ਆ, ਕੀ ਟੈਕਨੋਲੋਜੀ ਚਾਹੀਦੀ ਹੈ, ਸਭ ਤੋਂ ਪਹਿਲਾਂ ਡਿਜ਼ਾਈਨਰ ਨੂੰ ਇਹ ਪਤਾ ਹੋਣਾ ਚਾਹੀਦਾ ਆ। ਦੈਨ ਨੈਕਸਟ ਇਹਨਾਂ ਨੇ ਕੁਛ ਪੁਆਇੰਟਸ ਬੁਲੇਟਸ ਪੁਆਇੰਟ ਦਿੱਤੇ ਹੋਏ ਆ। ਇਹਦੇ ਵਿੱਚ ਇਹਨਾਂ ਨੇ ਇਹ ਡਿਸਕਸ ਕੀਤਾ ਹੈ ਕਿ ਨੈਟਵਰਕ ਨੂੰ ਅਸੀਂ ਕਿਉਂ ਯੂਜ਼ ਕਰਨਾ ਆ, ਮਤਲਬ ਕਿ ਅਸੀਂ ਕਿਹੜੇ ਵੇ ਦੇ ਨਾਲ ਅਸੀਂ ਯੂਜ਼ ਕਰ ਸਕਦੇ ਹਾਂ, ਕਿਉਂਕਿ ਟਾਈਪਸ ਇਹਦੀਆਂ ਅਲੱਗ-ਅਲੱਗ ਹੁੰਦੀਆਂ ਹੈ। ਸੋ ਸਾਨੂੰ ਕਿਹੜੇ ਨੈਟਵਰਕ ਦੀ ਜ਼ਰੂਰਤ ਪੈਂਦੀ ਆ। ਦੇਖੋ, they implement solutions that are adapted to these following. First is what type of services you want to implement। ਮਤਲਬ ਤੁਸੀਂ ਜਿੱਥੇ ਵੀ ਕਿਹੜੀ ਪਲੇਸ ਦੇ ਉੱਤੇ ਨੈਟਵਰਕ ਯੂਜ਼ ਕਰਦੇ ਆ ਉੱਥੇ ਤੁਸੀਂ ਕਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਆ ਨੈਕਸਟ ਕੰਪਨੀ ਨੂੰ ਜਾਂ ਨੈਕਸਟ ਪਰਸਨ ਨੂੰ। ਠੀਕ ਹੈ, ਇਹ ਸਭ ਤੋਂ ਪਹਿਲਾਂ ਤੁਹਾਡੇ ਮਾਈਂਡ 'ਚ ਹੋਣਾ ਚਾਹੀਦਾ ਆ। ਦੈਨ ਸੈਟਅਪ ਆਫ ਯੂਅਰ ਪ੍ਰੀਮਿਸਿਸ, ਮਤਲਬ ਤੁਹਾਡੇ ਸੈਟਅਪ ਜਿਹੜਾ ਆ ਉਹ ਕਿੱਦਾਂ ਦਾ ਹੈਗਾ ਆ, ਕਿ ਤੁਹਾਡਾ ਜਿੱਥੇ ਤੁਸੀਂ ਨੈਟਵਰਕ ਨੂੰ ਇੰਪਲੀਮੈਂਟ ਕਰਨਾ ਆ ਉਹਦਾ ਇਨਵਾਇਰਮੈਂਟ ਕਿੱਦਾਂ ਦਾ ਆ। ਫਲੋਰਸ, ਮਤਲਬ ਕਿ ਕਿਹੜੀ ਬਿਲਡਿੰਗ ਜਿਹੜੀ ਆ ਉਹ ਕਿੱਦਾਂ ਦੀ ਹੈਗੀ ਆ, ਫਸਟ ਫਲੋਰ ਹੈ, ਸੈਕਿੰਡ ਆ, ਥਰਡ ਆ, ਉਹਦੇ ਅਕੋਰਡਿੰਗ ਜਿਹੜਾ ਨੈਟਵਰਕ ਆ ਉਹ ਐਸਟੈਬਲਿਸ਼ ਹੋਏਗਾ। ਦੈਨ ਸੈਕਿੰਡ ਹੈ ਵਿਚ ਲਿੰਕਸ ਯੂ ਹੈਵ ਟੂ ਯੂਜ਼ ਫॉर ਐਕਸਟਰਨਲ ਨੈਟਵਰਕ। ਕਿਹੜੇ ਲਿੰਕ ਤੁਸੀਂ ਯੂਜ਼ ਕਰ ਸਕਦੇ ਆ। ਲਿੰਕ ਮਤਲਬ ਤੁਸੀਂ ਨੈਟਵਰਕ ਨੂੰ ਆਪਸ ਦੇ ਵਿੱਚ ਇੰਟਰਲਿੰਕ ਕਿੱਦਾਂ ਕਰ ਸਕਦੇ ਆ। ਠੀਕ ਹੈ। ਦੈਨ ਵਟ ਦੀ ਪ੍ਰਾਇਓਰਿਟੀਜ਼ ਆਫ ਬਿਜ਼ਨਸਮੈਨ। ਹੁਣ ਇੱਕ ਬਿਜ਼ਨਸਮੈਨ ਦੀ ਕੀ ਪ੍ਰਾਇਓਰਿਟੀ ਹੋਣੀ ਚਾਹੀਦੀ ਆ, ਉਹਨੇ ਕਿਸ ਤਰੀਕੇ ਵਾਲਾ ਜਿਹੜਾ ਨੈਟਵਰਕ ਆ ਉਹ ਯੂਜ਼ ਕਰਨਾ ਹੈ। ਦੀ ਨੰਬਰ ਆਫ ਕਰੰਟ ਐਂਡ ਪ੍ਰੋਸਪੈਕਟਿਵ ਯੂਜ਼ਰਸ, ਕਿੰਨੇ ਉਹਦੇ ਵਿੱਚ ਨੰਬਰ ਆਫ ਯੂਜ਼ਰਸ ਹੋਣੇ ਚਾਹੀਦੇ ਆ ਜਿਹਨੇ ਇੰਪਲੀਮੈਂਟ ਕਰਨਾ ਹੈ ਨੈਟਵਰਕ ਨੂੰ। ਕਲੀਅਰ। ਦੈਨ ਅੱਗੇ ਆ ਜਾਓ। ਹੁਣ ਇਹਦੇ ਵਿੱਚ ਮੇਨ ਕੈਟਾਗਰੀਜ਼ ਇਹਦੀਆਂ 3 ਕੈਟਾਗਰੀਜ਼ ਹੁੰਦੀਆਂ ਹੈ ਨੈਟਵਰਕ ਦੀਆਂ। ਫਸਟ ਇਜ਼ ਲੈਨ, ਮੈਨ ਐਂਡ ਵੈਨ। ਲੈਨ ਮੀਨਸ ਲੋਕਲ ਏਰੀਆ ਨੈਟਵਰਕ, ਮੈਨ ਦੀ ਫੁੱਲ ਫਾਰਮ ਹੈਗੀ ਆ ਮੈਟਰੋਪੋਲੀਟਨ ਏਰੀਆ ਨੈਟਵਰਕ ਐਂਡ ਵੈਨ ਇਜ਼ ਵਾਈਡ ਏਰੀਆ ਨੈਟਵਰਕ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਵਟ ਇਜ਼ ਲੈਨ। LAN stands for local area network. It is a network which occupies a small area। ਹੁਣ ਇਹ ਜਿਹੜਾ LAN ਹੁੰਦਾ ਆ ਇਹ ਲੋਕਲ ਏਰੀਆ ਨੈਟਵਰਕ ਹੁੰਦਾ, ਮਤਲਬ ਕਿ ਲੋਕਲ ਹੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ, ਛੋਟੇ ਏਰੀਏ ਦੇ ਵਿੱਚ ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ। ਠੀਕ ਹੈ, ਜਿੱਦਾਂ ਹੁਣ ਤੁਸੀਂ ਇਹਦੇ ਵਿੱਚ ਕੋਈ ਐਗਜ਼ਾਮਪਲ ਲੈ ਸਕਦੇ, ਕਿਸੇ ਬਿਲਡਿੰਗ ਦੇ ਵਿੱਚ ਤੁਸੀਂ ਨੈਟਵਰਕ ਐਸਟੈਬਲਿਸ਼ ਕਰਨਾ ਹੈ ਦੈਨ ਤੁਸੀਂ LAN ਯੂਜ਼ ਕਰੋਗੇ। ਠੀਕ ਹੈ, ਜਾਂ ਕਿਸੇ ਸਕੂਲ ਦੇ ਵਿੱਚ ਜਾਂ ਕਿਸੇ ਇੱਕ ਪਰਟੀਕੂਲਰ ਕਾਲਜ ਦੇ ਵਿੱਚ ਤੁਸੀਂ ਨੈਟਵਰਕ ਨੂੰ ਐਸਟੈਬਲਿਸ਼ ਕਰਨਾ ਆ ਦੈਨ ਤੁਸੀਂ LAN ਜਿਹੜਾ ਆ ਉਹ ਯੂਜ਼ ਕਰਨਾ ਆ। ਮੋਸਟ LANs ਆਰ ਰਿਸਟ੍ਰਿਕਟਡ ਟੂ ਏ ਸਮਾਲ ਬਿਲਡਿੰਗ ਔਰ ਏ ਗਰੁੱਪ ਆਫ ਬਿਲਡਿੰਗਸ। ਕੋਈ ਗਰੁੱਪ ਆਫ ਬਿਲਡਿੰਗਸ ਦੇ ਵਿੱਚ ਤੁਸੀਂ ਨੈਟਵਰਕ ਨੂੰ ਐਸਟੈਬਲਿਸ਼ ਕਰ ਸਕਦੇ ਆ, ਜਾਂ ਕਿਸੇ ਸਮਾਲ ਕੰਪਨੀ ਦੇ ਵਿੱਚ ਜਾਂ ਸਮਾਲ ਬਿਲਡਿੰਗ ਦੇ ਵਿੱਚ ਤੁਸੀਂ ਨੈਟਵਰਕ ਨੂੰ LAN ਨੈਟਵਰਕ ਨੂੰ ਐਸਟੈਬਲਿਸ਼ ਕਰ ਸਕਦੇ ਆ। ਨੈਕਸਟ ਹੈ ਈਚ ਕੰਪਿਊਟਰ ਇਨ LAN ਹੈਜ਼ ਇਟਸ ਓਨ CPU। ਹੁਣ ਇਹ ਜਿਹੜਾ ਨੈਟਵਰਕ ਹੁੰਦਾ ਹੈ ਇਹਦੇ ਵਿੱਚ ਕੀ ਹੁੰਦਾ ਆ ਕਿ ਇੱਕ ਮਲਟੀਪਲ PC ਹੈਗੇ ਆ। ਠੀਕ ਆ, ਮਲਟੀਪਲ PC ਜਿਹੜੇ ਆ ਉਹਨਾਂ ਦੇ ਅਲੱਗ-ਅਲੱਗ CPU ਆ, ਮਤਲਬ ਕਿ ਉਹ ਜਿਹੜਾ ਨੈਟਵਰਕ ਆ ਉਹ ਇੱਕ ਸਮੋਲ ਨੈਟਵਰਕ ਹੁੰਦਾ ਆ ਅਤੇ ਉਹਦੇ ਵਿੱਚ ਥੋੜ੍ਹੇ PC ਹੁੰਦੇ ਆ ਅਤੇ ਉਹਨਾਂ ਦੇ ਆਪਣੇ ਜਿਹੜੇ ਉਹ CPU ਹੁੰਦੇ ਆ। ਮਤਲਬ ਕਿ ਤੁਸੀਂ ਇੱਕ CPU ਜਿਹੜਾ ਆ ਕਿਸੇ ਦੂਸਰੇ PC ਦੇ ਨਾਲ ਉਹਨੂੰ ਸ਼ੇਅਰ ਨਹੀਂ ਕਰ ਸਕਦੇ। ਠੀਕ ਆ। A LAN is able to share various resources like files, printers and games etc। ਬਟ ਇਹਦੇ ਵਿੱਚ ਇੱਕ ਕੰਡੀਸ਼ਨ ਇਹ ਹੈਗੀ ਆ ਕਿ LAN ਦੇ ਥਰੂ ਤੁਸੀਂ ਪ੍ਰਿੰਟਰਸ, ਫਾਈਲਸ ਔਰ ਗੇਮਸ ਨੂੰ ਸ਼ੇਅਰ ਕਰ ਸਕਦੇ ਆ। ਠੀਕ ਹੈ, ਇੱਕ PC ਤੋਂ ਦੂਸਰੇ PC ਦੇ ਵਿੱਚ। ਬਟ ਜਿਹੜਾ CPU ਹੁੰਦਾ ਉਹ ਹਰੇਕ PC ਦਾ ਆਪਣਾ CPU ਹੁੰਦਾ ਹੈ। ਨੈਕਸਟ ਹੈ ਵੈਨ, ਵਾਈਡ ਏਰੀਆ ਨੈਟਵਰਕ। ਵਾਈਡ ਏਰੀਆ ਨੈਟਵਰਕ ਜਿਹੜਾ ਹੁੰਦਾ ਪੂਰੇ ਵਰਲਡ ਦੇ ਵਿੱਚ ਐਸਟੈਬਲਿਸ਼ਮੈਂਟ ਹੁੰਦਾ ਆ। ਹੁਣ ਇਹਨੂੰ ਅਸੀਂ ਕਨੈਕਟ ਕਰ ਸਕਦੇ ਹਾਂ, ਜਿੱਦਾਂ ਹੁਣ ਮਲਟੀਪਲ LAN ਹੋ ਗਏ, ਮਲਟੀਪਲ ਲੋਕਲ ਏਰੀਆ ਨੈਟਵਰਕ ਆ। ਮਲਟੀਪਲ ਲੋਕਲ ਏਰੀਆ ਨੈਟਵਰਕਸ ਨੂੰ ਅਸੀਂ ਇੱਕ ਕਨੈਕਟ ਕਰ ਦਿੰਦੇ ਹਾਂ ਦੈਨ ਉਹ ਕੀ ਬਣ ਜਾਂਦਾ ਹੈ ਵਾਈਡ ਏਰੀਆ ਨੈਟਵਰਕ। ਮਤਲਬ ਕਿ ਜਿੱਦਾਂ ਹੁਣ ਫੋਰ ਐਗਜ਼ਾਮਪਲ
ਆਪਣੀ ਇੱਕ ਕੰਟਰੀ ਆ, ਇੱਕ USA ਲੈ ਲਓ ਜਾਂ ਲੈ ਲਓ ਤੁਸੀਂ ਇੰਗਲੈਂਡ, ਕੋਈ ਵੀ ਕੰਟਰੀ ਲੈ ਲਓ। ਹੁਣ ਆਪਣੀ ਕੰਟਰੀ 'ਤੇ ਪੂਰਾ ਨੈਟਵਰਕ ਹੈ ਐਸਟੈਬਲਿਸ਼ ਕੀਤਾ ਹੋਇਆ ਹੈ, ਵਰਲਡ ਵਾਈਡ ਨੈਟਵਰਕ ਜਿਹੜਾ ਹੁੰਦਾ ਆ ਇਹਨੂੰ ਕਹਿੰਦੇ ਵਾਈਡ ਏਰੀਆ ਨੈਟਵਰਕ। ਆਪਣੀ ਕੰਟਰੀ ਦਾ ਜਿਹੜਾ ਨੈਟਵਰਕ ਹੈ ਮਤਲਬ ਕਿ ਅਸੀਂ ਕਿਸੇ ਦੂਸਰੇ ਕੰਟਰੀ ਦੇ ਨਾਲ ਜਿਹੜਾ ਆਪਣੇ ਰਿਸੋਰਸਿਸ ਸ਼ੇਅਰ ਕਰਦੇ ਪਏ ਹਾਂ ਜਾਂ ਆਪਣੀਆਂ ਫਾਈਲਸ ਸ਼ੇਅਰ ਕਰਦੇ ਪਏ ਹਾਂ, ਠੀਕ ਆ, ਉਹ ਅਸੀਂ ਕਿਹਦੇ ਥਰੂ ਕਰਦੇ ਪਏ ਹਾਂ, ਵਾਈਡ ਏਰੀਆ ਨੈਟਵਰਕ ਦੇ ਥਰੂ। ਵੈਨ ਵਾਰ ਡਿਵੈਲਪਡ ਇਨ 1960 ਦੇ ਵਿੱਚ ਇਹ ਡਿਵੈਲਪ ਹੋਇਆ ਸੀਗਾ, ਠੀਕ ਆ। ਇਹਦੇ ਵਿੱਚ ਇਹਦਾ ਜਿਹੜਾ ਫਿਜ਼ੀਕਲ ਡਿਸਟੈਂਸ ਹੁੰਦਾ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦਾ, ਮਤਲਬ ਕਿ ਵਰਲਡ ਵਾਈਡ ਲੈਵਲ ਦੇ ਉੱਤੇ ਤੁਸੀਂ ਨੈਟਵਰਕ ਜਿਹੜਾ ਹੈ ਉਹ ਕ੍ਰੀਏਟ ਕਰਦੇ ਆ। ਦੈਨ ਨੈਕਸਟ ਅੱਗੇ ਆ ਜਾਓ, ਇਹਦੀ ਜਿਹੜੀ ਆ ਦੇਖੋ ਡਾਇਗਰਾਮ ਇਹਨਾਂ ਨੇ ਬਣਾਈ ਹੋਈ ਆ। ਡਾਇਗਰਾਮ ਦੇ ਵਿੱਚ ਇਹਨਾਂ ਨੇ ਦੇਖੋ ਆਹ ਇੱਕ ਲਾਈਨ ਹੋ ਗਿਆ, ਇੱਕ ਲਾਈਨ ਆਹ ਵਾਲਾ ਹੋ ਗਿਆ, ਇੱਕ ਆਹ ਸਾਰਾ ਲਾਈਨ ਹੋ ਗਿਆ, ਠੀਕ ਆ, ਇੱਕ ਇਹ ਵਾਲਾ ਲਾਈਨ ਹੋ ਗਿਆ। ਮਤਲਬ ਕਿ ਅਲੱਗ-ਅਲੱਗ 4 ਲਾਈਨ ਬਣਾਏ ਹੋਏ ਆ ਇਹਨਾਂ ਨੇ, ਬਟ ਇਹ 4 ਲਾਈਨ ਜਿਹੜੇ ਉਹ ਆਹ ਵਾਲੇ ਲਾਈਨਸ ਦੇ ਥਰੂ, ਆ ਜਿਹੜੀਆਂ ਲਾਈਨਸ ਆ ਨਾ ਇਹਨਾਂ ਦੇ ਥਰੂ ਆਪਸ ਦੇ ਵਿੱਚ ਕਨੈਕਟਡ ਆ ਅਤੇ ਕੀ ਬਣ ਜਾਂਦਾ ਆ ਉਹ ਵੈਨ। ਕਲੀਅਰ, ਮਤਲਬ ਕਿ ਮਲਟੀਪਲ ਲਾਈਨ ਜਿਹੜੇ ਆ ਉਹ ਜਦੋਂ ਅਸੀਂ ਉਹਨਾਂ ਨੂੰ ਆਪਸ ਵਿੱਚ ਕਨੈਕਟ ਕਰ ਦਿੰਦੇ ਹਾਂ ਦੈਨ ਉਹ ਕਿਹੜਾ ਨੈਟਵਰਕ ਬਣ ਜਾਂਦਾ ਹੈ, ਵਾਈਡ ਏਰੀਆ ਨੈਟਵਰਕ। ਅੱਗੇ ਆ ਜਾਓ ਮੈਟਰੋਪੋਲੀਟਨ ਏਰੀਆ ਨੈਟਵਰਕ। ਮੈਨ ਵਰ ਡਿਵੈਲਪਡ ਇਨ 1980 ਦੇ ਵਿੱਚ ਡਿਵੈਲਪ ਹੋਇਆ ਸੀ। ਇਹ ਮੈਨ ਇਜ਼ ਏ ਲਾਰਜਰ ਨੈਟਵਰਕ ਦੈਟ ਯੂਜ਼ਲੀ ਕਵਰਜ਼ ਸੈਵਰਲ ਬਿਲਡਿੰਗਸ ਇਨ ਦੀ ਸੇਮ ਸਿਟੀ ਔਰ ਟਾਊਨ। ਹੁਣ ਆਪਾਂ ਪੜ੍ਹਿਆ ਲੈਨ ਬਾਰੇ ਵੀ ਪੜ੍ਹ ਲਿਆ, ਵੈਨ ਦਾ ਵੀ ਪਤਾ ਲੱਗ ਗਿਆ। ਜਿਹੜਾ ਮੈਨ ਨੈਟਵਰਕ ਹੁੰਦਾ ਆ ਇਹ ਇੱਕ ਸਿਟੀ ਦੇ ਵਿੱਚ ਹੋ ਸਕਦਾ, ਇੱਕ ਵਿਲੇਜ ਦੇ ਵਿੱਚ ਹੋ ਸਕਦਾ ਆ, ਇੱਕ ਟਾਊਨ ਦੇ ਵਿੱਚ ਤੁਸੀਂ ਸੈਟਅਪ ਇਹਨੂੰ ਕਰ ਸਕਦੇ ਆ, ਠੀਕ ਆ। ਕੇਬਲ ਟੀਵੀ ਜਿਹੜਾ ਆ ਉਹ ਇੱਕ ਕਿਹੜਾ ਨੈਟਵਰਕ ਆ, ਮੈਨ ਨੈਟਵਰਕ ਆ। ਕੇਬਲ ਟੀਵੀ ਜਿਹੜੇ ਹੁੰਦੇ ਆ ਉਹ ਅਲੱਗ-ਅਲੱਗ ਸਿਟੀ ਦੇ ਵਿੱਚ ਡਿਵੈਲਪ ਕੀਤੇ ਹੁੰਦੇ ਆ ਅਤੇ ਸਿਟੀ ਵਾਈਜ਼ ਜਦੋਂ ਅਸੀਂ ਨੈਟਵਰਕ ਐਸਟੈਬਲਿਸ਼ ਕਰਦੇ ਹਾਂ ਦੈਨ ਉਹ ਅਸੀਂ ਉਹਨੂੰ ਕਹਿੰਦੇ ਹਾਂ ਮੈਟਰੋਪੋਲੀਟਨ ਏਰੀਆ ਨੈਕਸਟ ਇਹਦੀਆਂ ਜਿਹੜੀਆਂ ਫੀਚਰਸ ਆ ਉਹ ਦੇਖੋ ਕੀ ਹੈਗੀਆਂ। ਫੀਚਰਸ ਆਫ ਮੈਨ, ਦੀ ਟਿਪੀਕਲ ਰੇਂਜ ਕਵਰਸ ਟਾਊਨਸ ਐਂਡ ਸਿਟੀਜ਼, ਸੋ ਦੀ ਅਪਰੋਕਸੀਮੇਟ ਰੇਂਜ ਆਫ 50 ਕਿਲੋਮੀਟਰਸ। ਇਹਦੀ ਜਿਹੜੀ ਫਿਜ਼ੀਕਲ ਰੇਂਜ ਹੁੰਦੀ ਆ ਉਹ 50 ਕਿਲੋਮੀਟਰਸ ਤੱਕ ਤੁਸੀਂ ਜਿਹੜਾ ਇਹਨੂੰ ਐਕਸਪੈਂਡ ਕਰ ਸਕਦੇ ਆ ਅਤੇ ਪਰਟੀਕੂਲਰ ਟਾਊਨਸ ਔਰ ਸਿਟੀਜ਼ ਦੇ ਵਿੱਚ ਹੀ ਤੁਸੀਂ ਇਹਨੂੰ ਡਿਵੈਲਪ ਕਰਦੇ ਆ। ਦੈਨ ਸੈਕਿੰਡ ਹੈ ਦੀ ਟਰਾਂਸਮਿਸ਼ਨ ਮੀਡੀਅਮ ਯੂਜ਼ਡ ਇਜ਼ ਟਵਿਸਟਡ ਪੇਅਰ ਕੇਬਲ, ਕੋਐਕਸ਼ੀਅਲ ਕੇਬਲਸ ਔਰ ਆਪਟੀਕਲ ਫਾਈਬਰ ਕੇਬਲ। ਇਹਦੇ ਵਿੱਚ ਜਿਹੜਾ ਇਹਦਾ ਟਰਾਂਸਮਿਸ਼ਨ ਮੀਡੀਅਮ ਹੁੰਦਾ ਆ ਇਹ ਹੁੰਦਾ ਆ ਆਪਟੀਕਲ, ਮਤਲਬ ਕਿ ਕਿਹੜੀਆਂ ਵਾਇਰਸ ਤੁਸੀਂ ਯੂਜ਼ ਕਰਨੀਆਂ, ਟਵਿਸਟਡ ਪੇਅਰ ਕੇਬਲ ਉਹਨੂੰ ਕਹਿੰਦੇ ਆ, ਕੋਐਕਸ਼ੀਅਲ ਕੇਬਲਸ ਹੁੰਦੀਆਂ ਅਤੇ ਆਪਟੀਕਲ ਫਾਈਬਰ ਕੇਬਲਸ ਹੁੰਦੀਆਂ ਆ। ਅਤੇ ਡਾਟਾ ਰੇਟ ਜਿਹੜਾ ਹੁੰਦਾ ਆ ਉਹ ਸਫੀਸ਼ੀਐਂਟ ਡਾਟਾ ਰੇਟ ਤੁਸੀਂ ਇਹਦੇ ਵਿੱਚ ਸੈਂਡ ਕਰ ਸਕਦੇ ਆ, ਮਤਲਬ ਕਿ ਗੁੱਡ ਕੁਆਲਿਟੀ ਦਾ ਡਾਟਾ ਜਿਹੜਾ ਉਹ ਸੈਂਡ ਕੀਤਾ ਜਾ ਸਕਦਾ ਆ, ਠੀਕ ਆ। ਸੋ ਇਹ ਸੀਗੀਆਂ ਇਹਦੀਆਂ ਫੀਚਰਸ, ਟਾਈਪਸ ਆਫ ਨੈਟਵਰਕਿੰਗ। ਇਫ ਐਨੀ ਕਨਫਿਊਜ਼ਨ ਦੈਨ ਯੂ ਕੈਨ ਆਸਕ ਮੀ।